ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ। ਸੋ ਜੇਕਰ ਆਪਾਂ ਖਬਰਾਂ ਦਾ ਰੁਖ ਕਰੀਏ ਤਾਂ ਸਭ ਤੋਂ ਪਹਿਲਾਂ ਬਿਹਾਰ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਤੇ ਚਾਨਣਾ ਪਾ ਲੈਂਦੇ ਹਾਂ। ਵੋਟਰ ਲਿਸਟ ਦੀ ਜਿਹੜੀ ਰਿਵੀਜ਼ਨ ਚੱਲ ਰਹੀ ਹੈ ਉਹ ਜਾਰੀ ਰਹੂਗੀ ਜੀ ਕਹਿੰਦੇ। ਹਾਂਜੀ, ਇਹਦੇ 'ਚ ਇੱਕ ਝੋਲ ਹੈ। ਮਤਲਬ ਅੱਜ ਜੀ ਇਹ ਪਟੀਸ਼ਨ ਲਾਈ ਗਈ ਸੀ। ਇਹਦੇ 'ਚ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਆਗੂ ਹੈਗੇ ਆ ਉਹਨਾਂ ਨੇ ਇੱਕ ਜੁਆਇੰਟ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਸੀ। ਉਹਦੀ ਸੁਣਵਾਈ ਜੀ ਅੱਜ ਜਸਟਿਸ ਸੁਧਾਂਸ਼ੂ ਧੂਲੀਆ ਤੇ ਜਸਟਿਸ ਜੈ ਮਾਲਿਆ ਬਾਗਚੀ ਨੇ ਕੀਤੀ ਸੀਗੀ ਤੇ 3 ਘੰਟੇ ਦੇ ਨੇੜੇ ਤੇੜੇ ਸੁਣਵਾਈ ਚੱਲੀ। ਇਹਦੇ 'ਚ ਚੋਣ ਆਯੋਗ ਕੋਈ ਪ੍ਰਿਪਰੇਸ਼ਨ ਕਰਕੇ ਨਹੀਂ ਆਇਆ ਸੀ। ਚੋਣ ਆਯੋਗ ਨੂੰ ਠੀਕ ਠਾਕ ਡਾਂਟ ਅੱਜ ਸੁਪਰੀਮ ਕੋਰਟ ਦੀ ਇਸ ਬੈਂਚ ਨੇ ਮਾਰੀ ਹੈ ਤੇ ਇਹਦੇ 'ਚ ਜੀ ਇਹੀ ਸੀਗਾ ਕਿ ਇੱਕ ਤਾਂ ਇਹ ਪੁੱਛਿਆ ਗਿਆ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਸੀਗੇ ਸੁਧਾਂਸ਼ੂ ਧੂਲੀਆ ਉਹਨਾਂ ਨੇ ਪੁੱਛਿਆ ਕਿ ਤੁਸੀਂ ਮਤਲਬ ਕਿਸ ਬਿਹਾਫ ਤੇ ਜਿਹੜਾ SIR ਸਪੈਸ਼ਲ ਇਨਵੈਸਟੀਗੇਟਿਵ ਰਿਵੀਜ਼ਨ ਕਰ ਰਹੇ ਹੋ, ਯਾਨੀ ਕਿ ਵੋਟਰ ਲਿਸਟ ਦੇ ਵਿੱਚ ਤੁਸੀਂ ਦੁਬਾਰੇ ਤੋਂ ਇਹ ਜਿਹੜਾ ਪੂਰਾ ਜਾਂਚ ਕਰਿਓ ਕਿਸ ਆਧਾਰ ਤੇ ਕਰ ਰਹੇ ਹੋ ਤੇ ਇਹਦੇ 'ਚ ਹੂੰ ਤੁਸੀਂ ਆਧਾਰ ਕਾਰਡ, ਵੋਟਰ ID ਜਾਂ ਰਾਸ਼ਨ ਕਾਰਡ ਨੂੰ ਪਛਾਣ ਪੱਤਰ ਦੇ ਤੌਰ ਤੇ ਕਿਉਂ ਨਹੀਂ ਮੰਨ ਰਹੇ। ਇੱਕ ਤਾਂ ਉਹਨਾਂ ਨੇ ਇਹ ਜੀ ਪੁੱਛਿਆ। ਚੋਣ ਆਯੋਗ ਬੇਸਿਕਲੀ ਦੇਖੋ ਸ਼ੁਰੂ ਇੱਥੋਂ ਹੁੰਦੀ ਹੈ ਕਿ ਜਿਹੜੇ ਵਿਪਕਸ਼ੀ ਆਗੂ ਸੀਗੇ, ਜਿਹੜੇ ਪਟੀਸ਼ਨ ਕਰਤਾ ਸੀਗੇ, ਉਹਨਾਂ ਦਾ ਇਹ ਜੀ ਕਹਿਣਾ ਜੀ ਸੀਗਾ ਕਿ ਚੋਣ ਆਯੋਗ ਦਾ ਕੰਮ ਨਾਗਰਿਕਤਾ ਜਾਂਚਣਾ ਨਹੀਂ ਹੈ। ਠੀਕ ਹੈ ਜੀ ਜੀ ਤੇ ਜਿਸ ਕਿਸਮ ਦਾ ਪ੍ਰੋਵੀਜ਼ਨ ਚੋਣ ਆਯੋਗ ਲੈ ਕੇ ਆ ਰਿਹਾ ਹੈ ਇਹ ਗਲਤ ਹੈ ਤੇ ਇਹ ਨਾਗਰਿਕਤਾ ਜਾਂਚਣ ਦੀ ਕੋਸ਼ਿਸ਼ ਕਰ ਰਿਹਾ। ਇਹਦੇ ਚ ਨਾ ਤਾਂ ਉਹ ਆਧਾਰ ਕਾਰਡ ਨੂੰ ਮੰਨ ਰਿਹਾ ਹੈ, ਨਾ ਰਾਸ਼ਨ ਕਾਰਡ ਨੂੰ ਮੰਨ ਰਿਹਾ ਹੈ, ਨਾ ਵੋਟਰ ID ਨੂੰ ਮੰਨ ਰਿਹਾ ਹੈ। ਤਾਂ ਇਹ ਬੇਸਿਕਲੀ ਨੁਕਤਾ ਸੀਗਾ ਤੇ ਅੱਜ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਹਾਂ ਤੁਸੀਂ ਚੋਣ ਆਯੋਗ ਨੂੰ ਕਿਹਾ ਕਿ ਤੁਸੀਂ ਜਾਰੀ ਰੱਖੋ ਆਪਣੀ ਜੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਪਰ ਉਹਦੇ ਚ ਤੁਹਾਨੂੰ ਆਧਾਰ ਕਾਰਡ, ਰਾਸ਼ਨ ਕਾਰਡ ਅਤੇ ਵੋਟਰ ID ਨੂੰ ਪਛਾਣ ਪੱਤਰ ਮੰਨਣਾ ਪਊਗਾ। ਇੱਥੇ ਫਿਰ ਚੋਣ ਹੂੰ ਆਯੋਗ ਦੀ ਤੁਸੀਂ ਇਹ ਲਾ ਲਓ ਕਿ ਹਾਰ ਹੋਈ ਹੈ ਇੱਕ ਹਿਸਾਬ ਨਾਲ। ਹੂੰ ਤੇ ਚੋਣ ਆਯੋਗ ਨੂੰ ਡਾਂਟ ਵੀ ਬੋਲ ਆਈ ਹੈ ਤੇ ਇਹ ਵੀ ਕਿਹਾਗਾ ਕਿ ਤੁਸੀਂ 21 ਜੁਲਾਈ ਤੱਕ ਆਪਣਾ ਜਵਾਬ ਦਾਖਲ ਕਰੋ ਇਹਦੇ ਤੇ ਕਿ ਜੀ ਜੀ ਤੁਸੀਂ ਕਿਵੇਂ ਕਰੋਗੇ, ਕੀ ਤੁਹਾਡੇ ਪ੍ਰੋਵੀਜ਼ਨਸ ਹੋਣਗੇ। ਤੇ ਜਿਹੜੀ ਅਗਲੀ ਸੁਣਵਾਈ ਹੈ ਉਹ 28 ਜੁਲਾਈ ਨੂੰ ਤੈਅ ਹੋਊਗੀ, ਯਾਨੀ ਕਿ ਜਿਹੜਾ ਪ੍ਰੋਸੈਸ ਹੈ ਉਹਦੇ ਤੇ ਕੋਈ ਸਟੇ ਨਹੀਂ ਲਾਈ ਗਈ ਹੈ। ਸਟੇਟਸ ਕੋ ਮੇਨਟੇਨ ਰਹੂਗਾ, ਯਾਨੀ ਕਿ ਜਿਵੇਂ ਚੱਲ ਰਿਹਾ ਸੀਗਾ ਉਵੇਂ ਕੰਮ ਚੱਲੂਗਾ। ਪਰ ਇਹ ਮੈਂਡੇਟਰੀ ਕਰ ਦਿੱਤਾ ਗਿਆ ਹੈਗਾ ਕਿ ਜਿਹੜੇ ਵੀ ਬਿਹਾਰ ਦੇ ਵੋਟਰ ਹੈਗੇ ਉਹਨਾਂ ਦੇ ਚਾਹੇ ਕਿਸੇ ਕੋਲ ਆਧਾਰ ਕਾਰਡ ਹੋਵੇ, ਰਾਸ਼ਨ ਕਾਰਡ ਹੋਵੇ ਜਾਂ ਵੋਟਰ ID ਹੋਵੇ, ਕਿਸੇ ਦੇ ਵੋਟਰ ID ਬਣੀ ਹੋਈ ਹੈ ਉਹਦੀ ਵੋਟ ਨਹੀਂ ਕੱਟੀ ਜਾਊਗੀ। ਯਾਨੀ ਕਿ ਇੱਕ ਜੀ ਜੀ ਵੱਡਾ ਆਪਾਂ ਕਹਿ ਸਕਦੇ ਹਾਂ ਰਿਲੀਫ ਹੈ। ਤੇ ਹੂੰ ਇੱਕ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਕਿ ਚੋਣ ਆਯੋਗ ਨੂੰ ਵੱਡਾ ਸੈਟਬੈਕ ਲੱਗਿਆ। ਕਿ ਇੱਕ ਗੱਲ ਜੀ ਵੀ ਇਹ ਹੈ ਨਾ ਕਿ ਡੋਮਿਸਾਈਲ ਚੈੱਕ ਕਰਨ ਦਾ ਜਾਂ ਫਿਰ ਹੋਰ ਡਾਕੂਮੈਂਟ ਮੰਗਣ ਦਾ ਐਜ਼ ਸੱਚ ਮਤਲਬ ਇੰਨੇ ਸਾਰੇ ਡਾਕੂਮੈਂਟ ਕਿੱਥੋਂ ਲੋਕ ਲੈ ਕੇ ਆਣਗੇ। ਲੋਕਾਂ ਕੋਲ ਤਾਂ ਮਸਾਂ ਇੱਕ ਅੱਧਾ ਡਾਕੂਮੈਂਟ ਹੁੰਦਾ ਹੈ। ਉਹ ਅੱਜ ਸੁਪਰੀਮ ਕੋਰਟ ਨੇ ਕਹਿਤਾ ਹੈ ਕਿ ਜੇ ਇੱਕ ਅੱਧਾ ਡਾਕੂਮੈਂਟ ਵੀ ਹੋਇਆ ਤਾਂ ਤੁਸੀਂ ਉਹਦੀ ਵੋਟ ਨਹੀਂ ਕੱਟ ਪਾਓਗੇ। ਜੀ। ਸੋ ਵੇਖਾਂਗੇ ਹੁਣ ਬਣਦਾ ਇਸ ਸਾਰੇ ਦੇ ਵਿੱਚ ਕੀ ਹੈ ਅੱਗੇ। ਜੇਕਰ ਚਲੀਏ ਤਾਂ ਉੱਧਰ ਦਿੱਲੀ ਦੇ ਵਿੱਚ ਤੇਜ਼ ਬਾਰਿਸ਼ ਨੇ ਬਹੁਤ ਪ੍ਰਭਾਵਿਤ ਕੀਤਾ। ਟ੍ਰੈਫਿਕ ਜੈਮ ਤੇ 6 ਫਲਾਈਟਾਂ ਵੀ ਡਾਇਵਰਟ ਕਰਨੀਆਂ ਪਈਆਂ ਨੇ ਜੀ। ਖਾਸ ਤੌਰ ਤੇ ਕਾਫੀ ਜ਼ਿਆਦਾ ਦੇ ਮਾਤਰਾ ਚ ਮੀਂਹ ਪਿਆ ਹੈ। 103 mm ਦੱਸਿਆ ਜਾ ਰਿਹਾ। ਬਿਲਕੁਲ, ਇਹ ਸਿਰਫ 90 ਮਿੰਟਾਂ ਦੇ ਅੰਦਰ 103 mm ਮੀਂਹ ਪਿਆਗਾ। ਦਿੱਲੀ NCR ਜੀ ਦੇ ਸਾਰੇ ਜਿਹੜੇ ਸੜਕਾਂ ਹੈਗੀਆਂ ਅਸੀਂ ਦੇਖ ਰਹੇ ਸੀਗੇ ਕਿ ਉਹ ਤਾਂ ਦਰਿਆ ਬਣੇ ਹੋਏ ਸੀ, ਕਨਾਲ ਬਣੇ ਹੋਏ ਸੀ ਤੇ ਜੀ ਗੜਗਾਉਂ ਜੀ ਦੇ ਵਿੱਚ ਗੱਡੀਆਂ ਦੀ ਤੈਰਦਿਆਂ ਹੋਇਆਂ ਦੀ ਵੀਡੀਓਜ਼ ਆਪਾਂ ਲਗਾਤਾਰ ਦੇਖ ਹੀ ਰਹੇ ਹੈਗੇ ਆ। ਕਿੰਨੇ ਜ਼ਿਆਦਾ ਜਿਹੜੇ ਗੱਡੀਆਂ ਹੈਗੀਆਂ ਗੜਗਾਉਂ ਦੇ ਵਿੱਚ ਖਰਾਬ ਹੋਈਆਂ ਨੇ ਪਾਣੀ ਚ ਡੁੱਬਣ ਕਰਕੇ। ਜਿਹੜੇ ਜੀ ਆਪਾਂ ਕੁਝ ਦਿਨ ਪਹਿਲਾਂ ਗੱਲ ਕਰ ਰਹੇ ਸੀ ਕਿ ਉੱਥੇ DLF ਨੇ ਇੱਕ ਸੁਸਾਇਟੀ ਬਣਾਈ ਹੋਈ ਹੈ ਜਿੱਥੇ 200 ਕਰੋੜ ਦਾ ਇੱਕ ਫਲੈਟ ਹੈਗਾ ਤੇ ਜੀ ਉਹਦੇ 'ਚ ਇੱਕ ਖਬਰ ਇਹ ਆਈ ਹੈ ਕਿ ਉਹਦੀ ਸੁਸਾਇਟੀ ਦੇ ਲੋਕ ਵੀ ਪਰੇਸ਼ਾਨ ਸੀਗੇ। ਉੱਥੇ ਵੀ ਪਾਣੀ ਚੜਿਆ ਹੋਇਆ ਸੀਗਾ। ਉਹ ਸੁਸਾਇਟੀ ਦੇ ਲੋਕ ਸੜਕ ਤੇ ਬਾਹਰ ਨਿਕਲ ਕੇ ਕਹਿ ਰਹੇ ਸੀ ਕਿ ਅਸੀਂ 200 ਕਰੋੜ ਰੁਪਇਆ ਲਾਇਆ ਮਕਾਨਾਂ ਵਾਸਤੇ ਤੇ ਸਾਡੇ ਹੁਣ ਗਰਦਨ ਤੱਕ ਪਾਣੀ ਆਇਆ ਹੋਇਆ ਹੈ। ਤੇ ਜੀ ਮਤਲਬ ਆਪ ਲਾਓ ਹਿਸਾਬ ਕਿ ਐਡਾ ਬੁਰਾ ਸੀਵੇਜ ਹੈਗਾ ਪੂਰੇ ਗੁੜਗਾਉਂ ਦਾ। ਤਾਂ ਖਾਸ ਕਰ NCR 'ਚ ਬੁਰਾ ਹਾਲ ਹੈ। ਬਹੁਤ ਸਾਰੇ ਜਿਹੜੇ ਰੂਟਸ ਹੈਗੇ ਆ ਉਹ ਆਪਾਂ ਕਹਿ ਲਈਏ ਕਿ ਬੰਦ ਕਰਨੇ ਪਏ ਹੈਗੇ ਆ ਤੇ 12 ਘੰਟੇ ਦੇ ਅੰਦਰ 150 mm ਦੇ ਨੇੜੇ ਤੇੜੇ ਮੀਂਹ ਪਿਆਗਾ। ਮਤਲਬ ਜੀ ਗੁੜਗਾਉਂ ਦੀਆਂ ਤਸਵੀਰਾਂ ਤਾਂ ਉਹ ਬਹੁਤ ਜ਼ਿਆਦਾ ਡਰਾਉਣੀਆਂ ਨੇ।
ਉੱਤਰਾਖੰਡ ਤਾਂ ਜਿਵੇਂ ਉੱਤਰਾਖੰਡ, ਹਿਮਾਚਲ, ਉਹ ਤਾਂ ਆਪਾਂ ਨੂੰ ਪਤਾ ਸਫ਼ਰ ਕਰ ਹੀ ਰਹੇ ਨੇ। ਸਭ ਤੋਂ ਹੂੰ, ਵੱਧ ਜਿਹੜਾ ਮੀਂਹ ਹੈ ਉਹ ਜੀ, ਮਣੀਪੁਰ, ਮਿਜ਼ੋਰਮ, ਸਿੱਕਿਮ, ਪੱਛਮ ਬੰਗਾਲ, ਉੱਤਰਾਖੰਡ, ਗੋਆ ਤੇ ਮਹਾਰਾਸ਼ਟਰ ਚ ਪੈ ਰਿਹਾ ਗਾ। ਬਾਕੀ ਜੀ, ਇਹ ਤੋਂ ਅਗਲੀ ਕਤਾਰ ਚ ਚੰਡੀਗੜ੍ਹ, ਹਰਿਆਣਾ, ਦਿੱਲੀ, ਪੰਜਾਬ, ਇਹ ਸਾਰਾ ਵੀ ਉਹ ਤੋਂ ਅਗਲੀ ਕਤਾਰ ਚ ਹੈਗਾ। ਤੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਠੀਕ ਠਾਕ ਨਹੀਂ ਪਿਆਗਾ। ਹਿਮਾਚਲ ਪ੍ਰਦੇਸ਼ ਚ ਬਹੁਤ ਜ਼ਿਆਦਾ ਤਬਾਹੀ ਹੋਈ ਹੈ। ਇੱਕ ਜੀ, ਰਾਤ ਦੇ ਅੰਦਰ ਅੰਦਰ 466 ਜਿਹੜੇ ਘਰ ਸੀਗੇ ਉਹ ਬਹਿ ਗਏ ਹੈਗੇ। 14 ਲੋਕਾਂ ਦੀ ਮੌਤ ਹੋਈ ਹੈ ਤੇ 30 ਲੋਕ ਹਜੇ ਵੀ ਲਾਪਤਾ ਹਨ। ਤੇ ਇਹਨੂੰ ਲੈ ਕੇ ਖਾਸਾ ਆਪਾਂ ਕਹਿ ਲਈਏ ਕਿ ਖਾਸਾ ਹੀ ਦਿੱਕਤਾਂ ਆ ਰਹੀਆਂ ਨੇ। ਇਹਦੇ ਚ 92 ਦੁਕਾਨਾਂ ਵੀ ਸੀਗੀਆਂ ਤੇ ਜੀ, ਤਕਰੀਬਨ 1500 ਲੋਕ ਕੱਲ ਰਾਤ ਹੀ ਬੇਘਰ ਹੋ ਗਏ ਹੈਗੇ ਹਿਮਾਚਲ ਦੇ ਵਿੱਚ। ਤਾਂ ਦੇਖੋ ਤੁਸੀਂ ਕਿੰਨਾ ਕਹਿਰ ਹਿਮਾਚਲ ਦੇ ਵਿੱਚ ਵਾਪਰ ਰਿਹਾ ਗਾ। ਤੇ ਹੂੰ, ਜਿਵੇਂ ਦਿੱਲੀ NCR ਦੇ ਵਿੱਚ ਗੱਡੀਆਂ ਤੈਰ ਰਹੀ ਹੈਗੀਆਂ, ਉਵੇਂ ਹੀ ਮਹਾਰਾਸ਼ਟਰ ਦੇ ਨਾਗਪੁਰ ਦੇ ਵਿੱਚ ਵੀ ਇਹੀ ਹਾਲ ਹੈ। ਮਹਾਰਾਸ਼ਟਰ ਦੇ ਵੀ ਜੀ, ਕਈ ਜ਼ਿਲ੍ਹਿਆਂ ਦੇ ਵਿੱਚ, ਕਈ ਸ਼ਹਿਰਾਂ ਦੇ ਵਿੱਚ ਇਸੇ ਕਿਸਮ ਦੇ ਹਾਲ ਨੇ। ਮਹਾਰਾਸ਼ਟਰ ਦੇ ਵਿੱਚ ਬੰਬੇ ਦਾ ਸੀਵੇਜ ਥੋੜਾ ਬਿਹਤਰ ਹੈ, ਉੱਥੇ ਪਾਣੀ ਨਹੀਂ ਖੜਦਾ ਸੜਕਾਂ ਤੇ। ਪਰ ਦਿੱਲੀ NCR ਚ ਤਾਂ ਬਹੁਤ ਮਾੜਾ ਹਾਲ ਹੈ। ਮਤਲਬ ਕਿੰਨੇ ਹੀ ਗੱਡੀਆਂ ਤੈਰਦੀਆਂ ਹੋਈਆਂ ਦਿਖਾਈਆਂ ਦੀਆਂ। ਫਲੱਡ ਲੋਸ ਦੀ ਆਪਾਂ ਕਹਿ ਲਈਏ ਕਿ ਸਭ ਤੋਂ ਵੱਧ ਗੱਡੀਆਂ ਫਲੱਡ ਲੋਸ ਦਿੱਲੀ ਚ ਹੋਣਗੀਆਂ ਇਸ ਵਾਰ। ਜੀ। ਇਸੇ ਦੇ ਨਾਲ ਕਹਿੰਦੇ ਭੂਕੰਪ ਕਹਿ ਲਈਏ ਉਹ ਵੀ ਆਇਆ ਜੀ। ਹਾਂਜੀ, ਅੱਜ ਭੂਚਾਲ ਆਇਆਗਾ ਤੇ ਇਸ ਭੂਚਾਲ ਦਾ ਕੇਂਦਰ ਮੇਰਾ ਜਿਹੜਾ ਗ੍ਰਹਿ ਜ਼ਿਲ੍ਹਾ ਝੱਜਰ ਹੋ ਰਿਹਾ ਹੈਗਾ। ਤੇ ਜੀ, ਇਹ 10 ਸਕਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ ਹਨ। ਤਰਵਤਾ ਸੀਗੀ, ਜੀ, ਜਿਹੜਾ ਇਹਦਾ ਸਕੇਲ ਸੀਗਾ ਉਹ 4.4 ਸੀ। ਤੇ ਹੂੰ, 6 ਮਹੀਨਿਆਂ ਚ 3 ਵਾਰ ਹੋ ਚੁੱਕਿਆ ਕਿ ਜਦੋਂ ਭੂਚਾਲ ਆਇਆਗਾ। ਤੇ ਦਿੱਲੀ ਜੀ, NCR ਇਹਦੇ ਚ ਪ੍ਰਭਾਵਿਤ ਸਭ ਤੋਂ ਵੱਧ ਹੋਇਆਗਾ। ਦੇਖੋ, ਇੱਕ ਤਾਂ ਉੱਥੇ 40-40, 50-50 ਗਜ ਦੇ ਅੰਦਰ 8-8 ਮੰਜ਼ਿਲਾ ਇਮਾਰਤਾਂ ਬਣੀਆਂ ਹੋਈਆਂ ਨੇ। ਡੱਬੀ ਜੀ, ਜਿੰਨੇ ਘਰ ਨੇ ਉਹ ਉੱਚੇ ਉੱਚੇ ਖਾਸੇ ਹੈਗੇ ਆ। ਤੇ ਜੀ, ਉਸ ਕਰਕੇ ਹੀ ਆਪਾਂ ਕਹਿ ਲਈਏ ਕਿ ਉੱਥੇ ਥੋੜਾ ਜ਼ਿਆਦਾ ਖਤਰਾ ਹੁੰਦਾ ਜਦੋਂ ਭੂਕੰਪ ਦਿੱਲੀ ਦੇ ਵਿੱਚ ਆਉਂਦਾ ਹੈ। ਕਈ ਥਾਵਾਂ ਤੇ ਜੀ, ਗਰੀਬਾਂ ਦੇ ਘਰ ਆਪਾਂ ਨੂੰ ਪਤਾ ਕਿ ਉਹ ਡਿੱਗ ਜਾਂਦੇ ਨੇ। ਜਿਹੜੇ ਪਤਲੇ ਜਾਂ ਹਲਕੇ ਕਿਸਮ ਦੇ ਮੈਟਲਾਂ ਨਾਲ ਬਣੇ ਹੋਏ ਘਰ ਹੁੰਦੇ ਆ, ਉਹ ਵੀ ਡਿੱਗ ਜਾਂਦੇ ਨੇ। ਹਾਲਾਂਕਿ ਕੋਈ ਆਪਾਂ ਕਹਿ ਲਈਏ ਕਿ ਕੋਈ ਓਦਾਂ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਮਤਲਬ ਮਾਲੀ ਨੁਕਸਾਨ ਤਾਂ ਹੋਇਆ, ਜਾਨ ਦਾ ਨੁਕਸਾਨ ਕੋਈ ਹੋਇਆ ਨਹੀਂ ਹੈ। ਤੇ ਇਹੀ ਹੈਗਾ ਅੱਜ ਦਿੱਲੀ NCR ਦੇ ਭੂਕੰਪ ਬਾਰੇ। ਜੀ। ਜਦੋਂ ਆਪਾਂ ਗੱਲ ਕਰਦੇ ਹਾਂ ਦੇਸ਼ ਦੇ ਲਈ ਜਾਨਾਂ ਕੁਰਬਾਨ ਕਰਨ ਦੀ, ਤਾਂ ਪੰਜਾਬ, ਹਰਿਆਣਾ ਤੇ ਹਿਮਾਚਲ, ਇਹ ਪੰਜਾਬ ਕਹਿ ਲਈਏ ਟਰਾਈਬ ਜਿਹੜੀ ਹੈ ਸਾਰੀ ਪਹਿਲਾਂ ਪੰਜਾਬ ਦਾ ਹੀ ਰੂਪ ਸੀ, ਤਾਂ ਇਹ ਸਭ ਤੋਂ ਅੱਗੇ ਰਹਿੰਦੇ ਨੇ ਜਾਨਾਂ ਆਪਣੀਆਂ ਨਿਸ਼ਾਵਰ ਕਰਨ ਦੇ ਲਈ। ਤੇ ਹੁਣ ਹਰਿਆਣਾ ਤੋਂ ਖਬਰ ਹੈ ਕਿ ਇੱਕ ਸ਼ਹੀਦ ਪਾਇਲਟ ਸੀ ਜਿਹੜਾ ਉਹ 5 ਤੱਤਾਂ 'ਚ ਵਿਲੀਨ ਹੋ ਗਿਆ, ਸੰਸਕਾਰ ਕੀਤਾ ਗਿਆ ਉਸਦਾ। ਬਿਲਕੁਲ, ਇਹ ਜਿਹੜਾ ਕੱਲ ਘਟਨਾਕ੍ਰਮ ਵਾਪਰਿਆ ਸੀਗਾ ਰਾਜਸਥਾਨ ਦੇ ਵਿੱਚ, ਉਹਦੇ 'ਚ ਜੀ, ਇਹ ਪਾਇਲਟ ਸੀਗਾ ਲੋਕੇਂਦਰ ਸਿੰਘ ਸਿੰਧੂ, ਰੋਹਤਕ ਤੋਂ ਸੀਗਾ ਮੁੰਡਾ ਤੇ 32 ਸਾਲਾਂ ਦਾ ਸੀਗਾ। ਤੇ ਇਹਨੂੰ ਅੱਜ ਅੰਤਿਮ ਸੰਸਕਾਰ ਇਹਦਾ ਰੋਹਤਕ ਦੇ ਵਿੱਚ ਕੀਤਾ ਗਿਆ ਹੈਗਾ। 2 ਪਾਇਲਟ ਸੀਗੇ। ਇੱਕ ਜੀ, ਬੇਸਿਕਲੀ ਇਹ ਲੋਕੇਂਦਰ ਸੀਗਾ, ਇਹ ਮੇਨ ਪਾਇਲਟ ਸੀ। ਇਹਨਾਂ ਦਾ ਕੋ ਪਾਇਲਟ ਸੀਗਾ ਉਹ ਰਾਜਸਥਾਨ ਤੋਂ ਸੀਗਾ, ਜੀ, ਤੇ ਰਿਸ਼ੀ ਰਾਜ। ਤੇ ਦੋਵੇਂ ਸ਼ਹੀਦ ਹੋ ਗਏ ਸੀਗੇ ਤੇ ਦੋਵਾਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈਗਾ। ਕੱਲ ਵੀ ਜਿਵੇਂ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਪੁਰਾਣੀ ਜਨਰੇਸ਼ਨ ਦੇ 1973 ਦੇ ਜਿਹੜੇ ਫਾਈਟਰ ਜੈਟ ਹੈਗੇ ਆ ਜਗੁਆਰ, ਉਹ ਇੰਡੀਅਨ 에ਅਰ ਫੋਰਸ ਇਸਤੇਮਾਲ ਕਰੀ ਜਾ ਰਹੀ ਹੈ ਪਾਇਲਟਾਂ ਦੀ ਟ੍ਰੇਨਿੰਗ ਵਾਸਤੇ, ਜਿਹੜੇ ਕਿ ਬਹੁਤ ਮਾੜੇ ਨੇ। ਉਦਾਂ 120 ਦੇ ਨੇੜੇ ਤੇੜੇ ਹਜੇ ਵੀ ਬਚੇ ਹੋਏ ਨੇ। ਮੈਂ ਕੱਲ ਵੀ ਦੱਸਿਆ ਸੀਗਾ ਕਿ ਪਿਛਲੇ 10 ਸਾਲਾਂ ਅੰਦਰ 35 ਫਾਈਟਰ ਪਾਇਲਟ ਅਸੀਂ ਗਵਾਏ ਹੈਗੇ, ਉਹ ਵੀ ਸਿਰਫ ਟ੍ਰੇਨਿੰਗ ਦੌਰਾਨ। ਮਤਲਬ ਕਿਸੇ ਜੰਗ 'ਚ ਨਹੀਂ, ਸਿਰਫ ਟ੍ਰੇਨਿੰਗ ਦੌਰਾਨ। ਜੀ, ਤੇ ਜੀ, ਉਹਦਾ ਵੀ ਇੱਕ ਕਾਰਨ ਇਹ ਜੈਗੁਆਰ ਫਾਈਟਰ ਜੈਟ ਦੱਸੇ ਜਾ ਰਹੇ ਹੈ। ਇਹ ਗਰੀਬ ਤੋਂ ਜੀ, ਗਰੀਬ ਮੁਲਕ ਦੁਨੀਆ ਦਾ, ਚਾਹੇ ਨਾਮੀਬੀਆ ਲੈ ਲਓ, ਕੋਈ ਵੀ ਲੈ ਲਓ, ਲੀਬੀਆ, ਕੁਛ ਵੀ ਲੈ ਲਓ, ਮਤਲਬ ਸਭ ਤੋਂ ਗਰੀਬ ਮੁਲਕ ਕਿਹਨੂੰ ਮੰਨਦੇ ਹੋ ਤੁਸੀਂ, ਉਹ ਵੀ ਲੈ ਲਓ, ਉਹਨਾਂ ਕੋਲ ਵੀ ਇਹ ਜੈਗੁਆਰ ਨਹੀਂ ਬਚਿਆ ਹੋਇਆ। ਤੇ ਇੰਡੀਆ ਇਹਨਾਂ ਨੂੰ ਹਜੇ ਵੀ ਜੀ, ਢੋਈ ਜਾ ਰਿਹਾ। ਉਦਾਂ ਗੱਲ ਕਰਦੇ ਨੇ ਕਿ ਅਸੀਂ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਹੈਗੀ ਆ ਦੁਨੀਆ ਦੀ। ਤੇ ਇਹਨਾਂ ਕੋਲ ਜਿਹੜਾ 에ਅਰ ਫੋਰਸ ਵਾਸਤੇ ਜਿਹੜਾ ਫਾਈਟਰ ਜੈਟ ਹੈਗਾ ਉਹ ਇੰਨਾ ਪੁਰਾਣਾ ਹੈਗਾ। ਜਿਹੜੇ 40 ਤੇਜਸ ਫਾਈਟਰ ਜੈਟ ਆਣੇ ਸੀ ਉਹ ਹਜੇ ਤੱਕ ਇੰਡੀਅਨ ਗਵਰਨਮੈਂਟ ਮੁਹੱਈਆ ਨਹੀਂ ਕਰਾ ਪਾਈ ਹੈ, ਜਿਹੜੀ 에ਅਰ ਫੋਰਸ ਨੇ ਆਫਟਰ ਆਪਰੇਸ਼ਨ ਸੰਦੂਰ ਵੀ ਕਿਹਾ ਸੀਗਾ। ਤੇ ਇਹ ਮਾੜਾ ਜੀ, ਹਾਲ ਹੈ। ਇਸ ਮਾੜੇ ਹਾਲ ਕਰਕੇ ਹੀ ਮੈਨੂੰ ਲੱਗਦਾ ਗਾ ਕਿ ਲੋਕੇਂਦਰ ਸਿੰਘ ਸੰਧੂ ਵਰਗੇ ਜਿਹੜੇ ਜਾਂਬਾਜ਼ ਫਾਈਟਰ ਪਾਇਲਟ ਸੀਗੇ ਉਹਨਾਂ ਉਹ ਪੂਰੇ ਹੋਏ ਨੇ। ਚੂਰੂ ਦੇ ਵਿੱਚ ਜਿਹੜੇ ਇਹ ਫਾਈਟਰ ਜੈਟ ਸੀਗਾ, ਬੇਸਿਕਲੀ ਇੱਕ ਪਿੰਡ ਤੇ ਡਿੱਗ ਰਿਹਾ ਸੀਗਾ। ਪਰ ਜੀ, ਮਤਲਬ ਚਾਹੇ ਤਾਂ ਉਹ ਆਪਣੀ ਜਾਨ ਬਚਾ ਲੈਂਦੇ ਦੋਵੇਂ ਜਾਣੇ, ਇਹ ਜੀ, ਜੀ, ਲੋਕੇਂਦਰ ਅਤੇ ਰਿਸ਼ੀ ਰਾਜ। ਪਰ ਹੂੰ, ਉਹਨਾਂ ਨੇ ਆਪਣੇ ਆਪ ਨੂੰ ਇਜੈਕਟ ਕਰਨ ਦੀ ਥਾਂ ਤੇ ਇਸ ਫਾਈਟਰ ਜੈਟ ਨੂੰ
ਖਾਲੀ ਥਾਂ ਤੇ ਲਿਜਾਣਾ, ਜਿਹੜੇ ਜਿੱਥੇ ਕੋਈ ਆਬਾਦੀ ਨਾ ਹੋਵੇ ਉੱਥੇ ਲਿਜਾਣਾ ਜ਼ਿਆਦਾ ਉਹ ਸਮਝਿਆ, ਤੇ ਸਹੀ ਉਹਦੇ ਕਰਕੇ ਸਮਝਿਆ। ਹੋਇਆ ਇਹ ਕਿ ਜੇ ਇੱਕ ਪਿੰਡ ਦੇ ਵਿੱਚ ਫਟ ਜਾਂਦਾ ਹੈ ਫਾਈਟਰ ਜੈਟ ਤਾਂ ਸ਼ਾਇਦ ਉੱਥੇ ਮਤਲਬ ਆਪਾਂ ਨੂੰ ਪਤਾ ਹੈ ਕਿ 1500 ਦੀ ਆਬਾਦੀ ਦਾ ਪਿੰਡ ਸੀਗਾ ਉਹ, ਤੇ ਜ਼ਿਆਦਾ ਜੀ, ਮੌਤਾਂ ਹੋ ਜਾਂਦੀਆਂ। ਇਹਨਾਂ ਨੇ ਆਪਣੀ ਜਾਨ ਨਿਛਾਵਰ ਕਰਕੇ ਨਾਗਰਿਕਾਂ ਦੀ ਜਾਨ ਬਚਾਈ ਹੈ, ਉਹਦੇ ਕਰਕੇ ਸਲਾਮ ਇਹਨਾਂ ਨੂੰ। ਪਰ ਨਾਲ ਦੀ ਨਾਲ ਇੰਡੀਅਨ ਗਵਰਨਮੈਂਟ ਨੂੰ ਕਹਾਂਗੇ ਕਿ ਬਹੁਤ ਘਟੀਆ ਕੰਮ ਹੈ ਕਿ ਹਜੇ ਤੱਕ ਜੈਗੁਆਰ ਫਾਈਟਰ ਜੈਟਾਂ ਨੂੰ ਇਹ ਢੋਈ ਜਾਂਦੇ ਨੇ, ਜਿਹੜੇ ਕਿ ਜੀ। ਤਕਰੀਬਨ 60 ਸਾਲ ਪੁਰਾਣੇ ਹੋ ਚੁੱਕੇ ਹਨ। ਜੀ, ਇਹ ਤਾਂ ਹੈ। ਇਹ ਜਾਂਦੇ ਚੋਰ ਦੀ ਤੜਾਗੀ ਸਹੀ ਵਾਲਾ ਕੰਮ ਕਰਦੇ ਨੇ ਕਿ ਜਿੰਨਾ ਵੀ ਰਗੜ ਸਕੀਏ ਅਸੀਂ ਚੀਜ਼ ਨੂੰ ਰਗੜ ਲਈਏ। ਇਹ ਨਹੀਂ ਦੇਖਦੇ ਕਿ ਉਸਦੇ ਨਾਲ ਕੀ ਉਹਨਾਂ ਦੇ ਜਿਹੜੇ ਸੈਨਿਕ ਨੇ ਉਹ ਸੁਰੱਖਿਅਤ ਨੇ, ਕੀ ਉਹ ਜਿਹੜੇ ਜਹਾਜ਼ ਨੇ ਉਹ ਦੇਸ਼ ਦੇ ਲਈ ਸਰਵ ਕਰਨ ਦੇ ਕਾਬਿਲ ਹੈਗੇ ਵੀ ਨੇ। ਤੁਸੀਂ ਚੀਜ਼ਾਂ ਨੂੰ ਵਰਤ ਰਹੇ ਹੋ, ਪਰ ਤੁਸੀਂ ਮੌਤਾਂ ਜਿਹੜੀਆਂ ਹੁੰਦੀਆਂ ਨੇ, ਸ਼ਹੀਦ ਹੁੰਦੇ ਨੇ ਨੌਜਵਾਨ, ਉਹਨਾਂ ਨੂੰ ਸਿਰਫ ਇੱਕ ਆંકੜਾ ਮੰਨ ਕੇ ਚੱਲਦੇ ਹੋ। ਜੇਕਰ ਤੁਸੀਂ ਉਹਨਾਂ ਨੂੰ ਸੱਚੀਓ ਇੱਕ ਜਾਨ ਦੇ ਰੂਪ 'ਚ, ਇੱਕ ਦੇਸ਼ ਦੇ ਨਾਗਰਿਕ ਦੇ ਰੂਪ 'ਚ, ਇੱਕ ਜਵਾਨ ਦੇ ਰੂਪ 'ਚ ਦੇਖੋ ਤਾਂ ਸ਼ਾਇਦ ਤੁਸੀਂ ਇਹੋ ਜਿਹੀਆਂ ਹਰਕਤਾਂ ਨਾ ਕਰੋ। ਤੁਸੀਂ ਸਿਰਫ ਖਾਸ ਤੌਰ ਤੇ ਆਪਾਂ ਆਮ ਗੱਲ ਇਹ ਕਰਦੇ ਹੀ ਰਹਿੰਦੇ ਹਾਂ ਕਿ ਕਿਸੇ ਵੀ ਵੱਡੇ ਅਫਸਰ ਦਾ ਜੇਕਰ ਆਪਾਂ ਦੇਖ ਲਈਏ ਜਾਂ ਵੱਡੇ ਪੋਲੀਟੀਸ਼ੀਅਨ ਦਾ ਪੁੱਤਰ ਦੇਖ ਲਈਏ ਤਾਂ ਉਹ ਕਦੀ ਵੀ ਕਿਸੇ ਸਾਨੂੰ ਆਰਮੀ ਦੇ ਵਿੱਚ ਨਜ਼ਰ ਨਹੀਂ ਆਉਂਦਾ। ਇਹੀ ਕਾਰਨ ਹੈ ਸ਼ਾਇਦ ਇਹਨਾਂ ਨੂੰ ਹੋਰ ਕਿਸੇ ਦੇ ਪੁੱਤ ਹੀ ਨਹੀਂ ਲੱਗਦੇ। ਆਪਾਂ ਅੱਗੇ ਜੇਕਰ ਚੱਲੀਏ ਤਾਂ ਗੁਜਰਾਤ ਦੇ ਮਹੀਸਾਗਰ ਪੁਲ ਦੇ ਉੱਪਰ ਜਿਹੜਾ ਕੱਲ ਹਾਦਸਾ ਵਾਪਰਿਆ ਸੀ, ਪੁਲ ਦਾ 45 ਸਾਲ ਪੁਰਾਣੇ ਪੁਲ ਦਾ ਵਿਚਾਲਿਓਂ ਟੁੱਟ ਜਾਣਾ ਤੇ ਚੱਲ ਰਹੀਆਂ ਗੱਡੀਆਂ ਦਾ ਹੇਠਾਂ ਡਿੱਗ ਜਾਣਾ, ਬੇਹੱਦ ਸ਼ਰਮਨਾਕ ਤਸਵੀਰ ਸੀ ਉਹ ਪੂਰੇ ਦੇਸ਼ ਦੇ ਲਈ। ਤੇ ਉਸ ਤੋਂ ਬਾਅਦ ਲਗਾਤਾਰ ਸ਼ਵ ਲੱਭਣ ਦੇ ਵਿੱਚ, ਸਰੀਰ ਮ੍ਰਿਤਕ ਜਿਹੜੇ ਸੀ ਉਹਨਾਂ ਨੂੰ ਲੱਭਣ ਦੇ ਵਿੱਚ ਕਹਿੰਦੇ ਰੈਸਕਿਊ ਲੱਗੇ ਹੋਏ ਸੀ, ਤੇ ਹੁਣ ਤੱਕ 17 ਸ਼ਵ ਮਿਲੇ ਨੇ ਤੇ 2 ਲੋਕ ਕਹਿੰਦੇ ਹੱਲੇ ਵੀ ਲਾਪਤਾ ਨੇ ਜੀ। ਹਾਂਜੀ, ਜਿਹੜਾ ਡੈਥ ਟੋਲ ਹੈ ਉਹ ਵੱਧ ਕੇ 17 ਹੋ ਚੁੱਕਿਆ ਹੈਗਾ। 17 ਬੰਦਿਆਂ ਦੀ ਜਿਹੜੀ ਡੈਡ ਬੋਡੀਜ਼ ਹੈਗੀਆਂ ਉਹ ਰਿਕਵਰ ਕੀਤੀਆਂ ਜਾ ਚੁੱਕੀਆਂ ਹਨ ਮਹੀਸਾਗਰ ਨਦੀ ਤੋਂ। ਤੇ ਇਹ ਪੁਲ ਟੁੱਟਣ ਤੋਂ ਬਾਅਦ ਸੌਰਾਸ਼ਟਰ ਅਤੇ ਜਿਹੜੇ ਬਾਕੀ ਗੁਜਰਾਤ ਨਾਲ ਸੌਰਾਸ਼ਟਰ ਦਾ ਕਿਤੇ ਨਾ ਕਿਤੇ ਜਿਹੜਾ ਕਨੈਕਸ਼ਨ ਹੈਗਾ ਉਹ ਟੁੱਟ ਗਿਆ ਹੈਗਾ। ਤੇ ਗੁਜਰਾਤ ਦੇ ਵਿੱਚ ਵੀ ਜਿਹੜੇ ਹੜ੍ਹ ਕਰਕੇ ਖਾਸਾ ਨੁਕਸਾਨ ਹੋਇਆ ਹੈਗਾ ਜੀ। ਤੇ ਉੱਥੇ ਵੀ ਕਈ ਸ਼ਹਿਰ ਏਦਾਂ ਦੇ, ਜਿਵੇਂ ਸੂਰਤ ਹੈ, ਸੂਰਤ ਦਾ ਜਿਹੜਾ ਸੀਵੇਜ ਸਿਸਟਮ ਉਹ ਵੀ ਫੇਲ ਹੋਇਆਗਾ। ਤੇ ਬਹੁਤ ਇਨਫਰਾਸਟ੍ਰਕਚਰ ਨੂੰ ਨੁਕਸਾਨ ਇਸ ਵਾਰ ਮੌਨਸੂਨ ਚ ਹੋਇਆਗਾ। ਤੇ ਉਹ ਆਪਾਂ ਦੇਖ ਵੀ ਰਹੇ ਹਾਂ ਕਿਵੇਂ ਜੀ, ਲਗਾਤਾਰ ਜਿਹੜੀ ਅੱਡ ਅੱਡ ਥਾਵਾਂ ਤੋਂ ਲੋਕਾਂ ਨੂੰ ਡੈਡ ਬੋਡੀਜ਼ ਨੂੰ ਰਿਕਵਰ ਕੀਤਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਚ ਵੀ ਆਪਾਂ ਨੂੰ ਪਤਾ ਕਿ 30 ਜਾਣੇ ਹਜੇ ਵੀ ਲਾਪਤਾ ਨੇ, ਉਹਨਾਂ ਦਾ ਨਹੀਂ ਮਿਲ ਰਿਹਾ। ਤੇ ਇੱਥੇ ਵੀ 2 ਬੰਦਿਆਂ ਨੂੰ ਲੱਭਿਆ ਜਾ ਰਿਹਾ। ਮੱਧ ਪ੍ਰਦੇਸ਼ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੈ, ਉੱਥੇ ਵੀ ਲੱਭਿਆ ਜਾ ਰਿਹਾ ਹੈ। ਹਰਿਆਣੇ ਦੇ ਵਿੱਚ ਵੀ ਜਿਹੜਾ ਆਪਾਂ ਕਹਿ ਲਈਏ ਕਿ ਹੜ੍ਹ ਕਰਕੇ ਬੱਚਿਆਂ ਦੀ ਡੈਥ ਹੋਈ ਹੈ। 6 ਬੱਚਿਆਂ ਦੀ ਡੈਥ ਜਾਨਾਂ ਗਈਆਂ ਨੇ ਹਰਿਆਣੇ ਦੇ ਵਿੱਚ ਵੀ, ਤੇ ਉਹਨਾਂ ਨੂੰ ਲੱਭਿਆ ਜਾ ਰਿਹਾ ਹੈ। ਤੇ ਮਤਲਬ ਬਹੁਤ ਆਪਾਂ ਕਹੀਏ ਕਿ ਲਗਾਤਾਰ ਹੀ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ, ਜਿਹਦੇ ਕਰਕੇ ਜਿਹੜੇ ਲੋਕ ਹੈਗੇ ਆ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹਨ। ਮੈਨੂੰ ਲੱਗਦਾ ਵਾ ਕਿ ਇਸ ਵਾਰ ਮੌਨਸੂਨ ਜ਼ਿਆਦਾ ਹੈ, ਇਸ ਕਰਕੇ ਹੀ ਇਹ ਚੀਜ਼ਾਂ ਹੋ ਰਹੀਆਂ ਨੇ। ਮਤਲਬ ਜੀ, ਮੱਧ ਪ੍ਰਦੇਸ਼ 'ਚ ਤਾਂ ਮੈਂ ਦੇਖ ਰਿਹਾ ਸੀਗਾ ਕਿ ਇੱਕ ਬੱਸ, ਉਹ ਵੀ ਜਦੋਂ ਮੀਂਹ ਕਰਕੇ ਉਸ 'ਚ ਡਿੱਗੀ ਸੀਗੀ ਦਰਿਆ ਦੇ ਵਿੱਚ। ਚੋ ਬੇਸਿਕਲੀ ਚੋ ਸੀਗਾ, ਉਹਦੇ 'ਚ ਜੀ, ਵੀ 4 ਲੋਕਾਂ ਦੀ ਡੈਥ ਹੋਈ ਹੈ। ਮਤਲਬ 6-7 ਡਿਸਟ੍ਰਿਕਟ ਏਦਾਂ ਦੇ ਹੈਗੇ ਆ ਜਿੱਥੇ ਉੱਥੇ ਹੜ੍ਹ ਆਇਆ ਹੋਇਆ ਮੱਧ ਪ੍ਰਦੇਸ਼ ਦੇ ਵਿੱਚ। ਤੇ ਜੀ। ਸਾਗਰ ਦੇ ਵਿੱਚ ਤਾਂ ਮਤਲਬ ਗੱਡੀਆਂ ਦਰਿਆਵਾਂ ਦੇ ਵਿੱਚ ਤੈਰਦੀਆਂ ਹੋਈਆਂ ਜਾ ਰਹੀਆਂ ਨੇ। ਤੇ ਹੂੰ, ਜਿਹੜਾ ਹਿਲ ਸਟੇਸ਼ਨ ਹੈ ਪੰਚਮੜੀ, ਉੱਥੇ ਜਿਹੜਾ ਵਾਟਰਫਾਲ ਹੈ ਉਹ ਇੰਨੀ ਤੇਜ਼ੀ ਨਾਲ ਬਹਿ ਰਿਹਾ ਹੈਗਾ ਕਿ ਉਹਦੇ ਥੱਲੇ, ਉਹਦੇ ਫਲੱਡ ਪਲੇਨ 'ਚ ਜਿੰਨੇ ਪਿੰਡ ਸੀਗੇ ਉਹਨਾਂ 'ਚ ਜਿਹੜੇ ਜੀ, ਕੱਚੇ ਘਰ ਸੀ ਉਹ ਉਸ ਫਲੱਡ ਪਲੇਨ ਦੇ ਨਾਲ ਉਸ ਬਾਅਦ 'ਚ ਹੀ ਬਹਿ ਗਿਆ ਹੈਗਾ। ਉੱਤਰਾਖੰਡ ਦੇ ਜੀ, ਵਿੱਚ ਸਭ ਤੋਂ ਵੱਧ ਮੌਨਸੂਨ ਹੈ, 22% ਜ਼ਿਆਦਾ ਮੀਂਹ। ਪੰਜਾਬ 'ਚ ਵੀ 13% ਜਿਹੜਾ ਮੌਨਸੂਨ ਹੈ ਉਹ ਜ਼ਿਆਦਾ ਹੈ। ਜੀ। ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਪੰਜਾਬ ਦੇ ਉੱਪਰ ਆਉਂਦੇ ਹਾਂ। ਪੰਜਾਬ ਦੇ ਵਿੱਚ ਅੱਜ ਵਿਧਾਨ ਸਭਾ ਦਾ ਸੈਸ਼ਨ ਸੀ ਤੇ ਇਹ ਕਾਰਵਾਈ ਬੜੀ ਲੰਬੀ ਚੱਲ ਗਈ ਹੈ ਜੀ, ਪੂਰੇ 11 ਮਿੰਟ। ਜ਼ਿਆਦਾ ਲੰਬੀ ਚੱਲੀ, ਮਤਲਬ ਹੂੰ, ਬਸ ਇਹਨਾਂ ਨੇ ਅੱਜ ਸ਼ਰਧਾਂਜਲੀਆਂ ਦਿੱਤੀਆਂ, ਬਾਅਦ 'ਚ ਫਿਰ ਇਹਨਾਂ ਨੇ ਜੀ, ਸਥਗਿਤ ਕਰ ਦਿੱਤਾ। ਜਿਹੜੇ ਵੀ ਵਿਧਾਇਕ ਸੀਗੇ, ਜਿਵੇਂ ਕਸ਼ਮੀਰ ਸਿੰਘ ਹੋ ਗਿਆ, ਡਾਕਟਰ ਕਸ਼ਮੀਰ ਹੋ ਗਿਆ, ਜਾਂ ਫਿਰ ਆਪਣੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਸੀਗੇ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਹੜੇ ਫਾਈਟਰ ਜੈਟ ਦੇ ਪਾਇਲਟ ਮਾਰੇ ਗਏ ਸੀ ਉਹਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਬਾਅਦ 'ਚ ਫਿਰ ਇਹਨੂੰ ਜੀ, ਸਥਗਿਤ ਕਰ ਦਿੱਤਾ ਗਿਆ ਤੇ ਕੱਲ ਵਾਸਤੇ ਸਥਗਿਤ ਕਰ ਦਿੱਤਾ ਗਿਆ ਹੈਗਾ। ਅੱਜ ਉਹਦਾ ਭਗਵੰਤ ਮਾਨ ਹੋਰਾਂ ਨੇ ਆਪਣੀ ਮੀਟਿੰਗ ਵਗੈਰਾ ਵੀ ਕੀਤੀ ਸੀ। ਤੇ ਬਾਹਰ ਜਦੋਂ ਸੈਸ਼ਨ ਤੋਂ ਬਾਹਰ ਆਏ ਆ, ਉਦਾਂ ਰੌਲਾ ਤਾਂ ਅੰਦਰ ਹੀ ਪੈਣਾ ਸ਼ੁਰੂ ਹੋ ਗਿਆ ਸੀਗਾ।
ਲੇਕਿਨ ਜਦੋਂ ਬਾਹਰ ਆਏ ਆ ਉਦੋਂ ਆਪਾਂ ਦੇਖ ਰਹੇ ਸੀਗੇ ਕਿ ਜਿਹੜੇ ਆਪੋਜੀਸ਼ਨ ਪਾਰਟੀ ਦੇ ਆਗੂ ਸੀਗੇ ਉਹਨਾਂ ਨੇ ਖਾਸਾ ਰੌਲਾ ਪਾਇਆ ਹੈ। ਪ੍ਰਤਾਪ ਸਿੰਘ ਜੀ ਬਾਜਵਾ ਨੇ ਕਿਹਾ ਹੈਗਾ ਕਿ ਇਹ ਜਿਹੜੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਨੇ, ਇਹਨਾਂ ਨੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀਗੇ ਮਨਮੋਹਨ ਸਿੰਘ, ਉਹਨਾਂ ਵੱਲੋਂ ਜਿਹੜੇ ਰੂਲ ਬਣਾਏ ਗਏ ਸੀ ਉਹਨਾਂ ਨੂੰ ਵੀ ਬਾਈਪਾਸ ਕੀਤਾ ਗਿਆ ਹੈਗਾ। ਇਹ ਕਾਲੇ ਜੀ ਕੱਛੇ ਵਾਲੇ ਨੇ ਜੀ, ਆਮ ਆਦਮੀ ਪਾਰਟੀ ਵਾਲੇ, ਤੇ ਪਿੰਡਾਂ 'ਚ ਆ ਰਹੇ ਹੂੰ ਨੇ ਲੋਕਾਂ ਦੀ ਜ਼ਮੀਨਾਂ ਨੂੰ ਹੜਪਣ ਵਾਸਤੇ। ਔਰ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਘੇਰਿਆ ਹੈਗਾ, ਵਪਾਰੀਆਂ ਦੀ ਮੌਤਾਂ ਨੂੰ ਲੈ ਕੇ। ਤੇ ਪਿੰਡ ਵਾਲਿਆਂ ਨੂੰ ਕਿਹਾ ਹੈਗਾ ਕਿ ਤੁਸੀਂ ਇੱਕ ਮਰਲਾ ਜ਼ਮੀਨ ਵੀ ਇਹਨਾਂ ਨੂੰ ਨਹੀਂ ਦੇਣੀ ਹੈਗੀ ਆ, ਤੇ ਕੋਠਿਆਂ ਤੇ ਡਾਂਗਾ ਲੈ ਕੇ ਚੜ ਜਾਓ ਤੇ ਡਾਂਗਾ ਨਾਲ ਇਹਨਾਂ ਦਾ ਸਵਾਗਤ ਕਰਿਓ ਜੀ। ਇਹ ਗੱਲ ਅੱਜ ਲੀਡਰ ਆਫ ਆਪੋਜੀਸ਼ਨ ਨੇ ਅੱਜ ਕਹੀ ਹੈ। ਤੇ ਜੀ ਇਸ ਤੋਂ ਇਲਾਵੇ ਜੇ ਆਪਾਂ ਗੱਲ ਕਰ ਲਈਏ ਕਿ ਕੈਬਨਿਟ ਮੀਟਿੰਗ ਵੀ ਕੀਤੀ ਇਸਨੇ ਭਗਵੰਤ ਮਾਨ ਨੇ। ਹਾਲਾਂਕਿ ਇੱਕ ਜੀ ਗੱਲ ਹੋਰ ਦੱਸਾਂ, ਇਹ ਵੀ ਜਿਹੜੀ ਸੀਐਮ ਭਗਵੰਤ ਮਾਨ ਹੈਗੇ ਆ, ਉਹ ਕਈ ਜੀ ਸਾਰੇ ਪੱਤਰਕਾਰਾਂ ਨੂੰ ਇਸ ਕਿਸਮ ਦੀਆਂ ਖਬਰਾਂ ਅਨਵੈਰੀਫਾਈਡ ਚੈਨਲਸ ਤੋਂ ਭਿਜਵਾ ਰਹੇ ਨੇ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਇਹਦੇ ਨਾਲ ਮੈਂ ਸਹਿਮਤ ਨਹੀਂ ਸੀ, ਇਹ ਤਾਂ ਹੂੰ ਦਿੱਲੀ ਵਾਲਿਆਂ ਨੇ ਮੇਰੇ ਤੇ ਥੋਪੀ ਹੈ। ਹੁਣ ਇਹਦਾ ਕੀ ਮਤਲਬ ਜੀ ਕੱਢੀਏ? ਜੀ ਜੇ ਜੀ ਤੁਸੀਂ ਅਨਵੈਰੀਫਾਈਡ ਚੈਨਲਸ ਤੋਂ ਕਿਉਂ ਭਿਜਵਾ ਰਹੇ ਹੋ? ਜੇ ਤੁਸੀਂ ਸਹਿਮਤ ਨਹੀਂ ਸੀ ਤਾਂ ਖੁੱਲ ਕੇ ਬੋਲ ਦਿਓ। ਜੀ ਔਰ ਕਿਹਾ ਤਾਂ ਇਹ ਜਾ ਰਿਹਾ, ਪੰਜਾਬ ਕਹਿੰਦੇ ਕਈ ਦਿਨ ਫਾਈਲ ਟੇਬਲ ਤੇ ਪਈ ਰਹੀ ਹੈ, ਖਾਸਾ ਨਾਰਾਜ਼ ਸੀ, ਇਹ ਨਹੀਂ ਕਰ ਰਹੇ ਸੀ। ਕਹਿੰਦੇ ਅੰਤ ਦੇ ਵਿੱਚ ਦਬਾਅ ਬਣਾਇਆ ਗਿਆ ਇਹਨਾਂ ਦੇ ਉੱਪਰ, ਇਹਨਾਂ ਨੂੰ ਜਿੱਦਾਂ ਗੱਲ ਹੈਗੀ ਹੈ ਕਿ ਮਨਾ ਲੈਂਦੇ ਨੇ ਅਗਲੇ, ਕੁਰਸੀ ਦਾ ਲਾਲਚ ਹੈ। ਤੇ ਉਸ ਤੋਂ ਬਾਅਦ ਕਹਿੰਦੇ ਫਿਰ ਇਹਨਾਂ ਨੇ ਅੰਤ ਦੇ ਵਿੱਚ ਉਸ ਨੂੰ ਮਨਜ਼ੂਰੀ ਦੇ ਦਿੱਤੀ, ਮਨਜ਼ੂਰਸ਼ੁਦਾ ਰੂਪ ਉਸ ਦਾ ਸਾਹਮਣੇ ਆ ਗਿਆ ਜੀ। ਹਾਂਜੀ, ਇੱਕ ਗੱਲ ਵਾਸਤੇ ਜਿਹੜਾ ਸੈਸ਼ਨ ਹੋਣਾ ਨਾ, ਇੱਕ ਗੱਲ ਹੋਰ ਇਹਦੇ 'ਚ, ਉਹਦੀ ਬਿੱਲ ਦੀ ਕਾਪੀ ਵੀ ਨਹੀਂ ਮਿਲੀ ਹੈ। ਅੱਜ ਲੀਡਰ ਆਫ ਆਪੋਜੀਸ਼ਨ ਨੇ ਉਹ ਵੀ ਆਰੋਪ ਲਾਇਆ ਹੈ। ਲੀਡਰ ਆਫ ਜੀ ਆਪੋਜੀਸ਼ਨ ਪ੍ਰਤਾਪ ਬਾਜਵਾ ਨੇ ਕਿਹਾ ਹੈ ਕਿ ਸਾਨੂੰ ਹਜੇ ਤੱਕ ਇਹ ਜਿਹੜਾ ਬੇਅਦਬੀ ਤੇ ਬਿੱਲ ਲੈ ਕੇ ਆ ਰਹੇ ਨੇ ਉਹਦੀ ਕਾਪੀ ਜੀ ਨਹੀਂ ਮਿਲੀ। ਸੀਰੀਅਸ ਕੰਸਰਨ ਹੈ। ਮੰਨ ਲਓ ਕਿ ਉਹਦੇ 'ਚ ਕੋਈ ਇਸ਼ੂ ਹੋਣ, ਕੋਈ ਪੁਆਇੰਟਸ ਹੋਣ, ਉਹਨੂੰ ਪੜ੍ਹ ਕੇ ਹੀ ਤਾਂ ਜੀ ਰੇਜ਼ ਕਰਨਗੇ। ਮਤਲਬ ਇਹ ਥੋੜੀ ਨਾ ਕਿ ਹੂੰ ਤੁਸੀਂ ਸੈਸ਼ਨ ਇਸ ਕਰਕੇ ਥੋੜੀ ਨਾ ਕਾਲ ਕੀਤਾ ਕਿ ਤੁਸੀਂ ਟੇਬਲ ਤੇ ਹੀ ਬਿੱਲ ਮਿਲੇ ਤੇ ਬਾਅਦ 'ਚ ਤੁਹਾਡੇ ਕੋਲ ਯੈਸ ਜਾਂ ਨੋ ਦਾ ਆਪਸ਼ਨ ਇਹ ਰਹਿ ਜਾਵੇ। ਇਹ 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 ਤਾਂ ਮਨਦੀਪ ਜੀ ਟੈਕਨੀਕਲ ਦਿੱਕਤਾਂ ਨੇ, ਇਹਨਾਂ ਤੇ ਕੰਮ ਹੋਣਾ ਵੀ ਬਹੁਤ ਜ਼ਰੂਰੀ ਹੈ। ਤੁਸੀਂ ਸਿਆਸਤ ਦੀ ਭੇਟ ਕਿਉਂ ਚਾੜ ਰਹੇ ਹੋ? ਜਿਹੜੇ ਵਿਧਾਨ ਸਭਾ ਹੈ ਉਸ ਨੂੰ ਤੁਸੀਂ ਕਹਿ ਲਈਏ ਵੀ ਲੋਕਤੰਤਰ ਦਾ ਮੰਦਿਰ ਵੀ ਕਹਿੰਦੇ ਹੋ ਤੁਸੀਂ। ਉੱਥੋਂ ਸਰਕਾਰ ਨੇ ਬਹੁਤ ਸਾਰੀਆਂ ਪਾਲਿਸੀਆਂ, ਬਹੁਤ ਸਾਰੇ ਕਾਨੂੰਨਾਂ ਨੂੰ ਆਖਰੀ ਰੂਪ ਦੇਣਾ ਹੁੰਦਾ ਹੈ, ਪਰ ਤੁਸੀਂ ਆਪਣੀ ਪੋਲਿਟਿਕਸ ਕਰਨ ਦੇ ਲਈ ਉਸ ਦੇ ਵਿਧੀ ਵਿਧਾਨ ਦੇ ਨਾਲ ਕਿਉਂ ਛੇੜਛਾੜ ਕਰ ਰਹੇ ਹੋ? ਇਹ ਵੀ ਇੱਕ ਗੱਲ ਹੈ ਨਾ। ਇਸ ਤੇ ਤਾਂ ਆਮ ਲੋਕਾਂ ਨੂੰ ਤਾਂ ਚਲੋ ਉਹਨਾਂ ਪਤਾ ਵੀ ਨਹੀਂ ਹੋਊ, ਜਿੰਨਾ ਉੱਥੇ ਪਹੁੰਚਦਾ ਜਿਹੜਾ ਐਮਐਲਏ ਉਹਨੂੰ ਪਤਾ ਹੁੰਦਾ ਹੈ, ਜਿਹੜੇ ਬਾਰ-ਬਾਰ ਜਾਂਦੇ ਨੇ ਉਹਨਾਂ ਨੂੰ ਉਸ ਤੋਂ ਜ਼ਿਆਦਾ ਪਤਾ ਹੁੰਦਾ ਹੈ। ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਇੱਕ ਵੀ ਕਿਤਾਬ ਕਹਿੰਦੇ ਹੁਣ ਤੱਕ ਲਾਇਬ੍ਰੇਰੀ ਚੋਂ ਇਸ਼ੂ ਨਹੀਂ ਕਰਵਾਈ ਆਪਣੇ ਲਈ। ਇਹਨਾਂ ਨੂੰ ਪਤਾ ਹੀ ਨਹੀਂ ਗਾ, ਪਹਿਲੀ ਵਾਰੀ ਗਏ ਹੋਏ ਲੋਕ ਨੇ, ਤੇ ਉੱਥੇ ਜਾ ਕੇ ਘੱਟੋ ਘੱਟ ਤੁਸੀਂ ਉੱਥੋਂ ਦਾ ਵਿਧੀ ਵਿਧਾਨ ਤਾਂ ਫੋਲੋ ਕਰ ਲਓ। ਬਾਹਰ ਤਾਂ ਤੁਸੀਂ ਇੱਕ ਦੂਸਰੇ ਨਾਲ ਧੱਕੇ ਕਰਨੇ ਹੀ ਨੇ। ਇਹ ਜਿੱਦਾਂ ਹੁਣ ਕਾਪੀ ਦੀ ਗੱਲ ਕਰ ਰਹੇ ਨੇ, ਉਹਨਾਂ ਨੂੰ ਕਾਪੀ ਮਿਲਣਾ ਇੱਕ ਹੱਕ ਹੈ ਉਹਨਾਂ ਦਾ, ਕਿਉਂਕਿ ਕੱਲ ਨੂੰ ਬੋਲਣਗੇ ਕਿ ਕਿਵੇਂ ਵਿਰੋਧ ਕਰਨਗੇ। ਜੇਕਰ ਇਸ ਨੂੰ ਪੜ੍ਹਨਗੇ ਤਾਂ ਉਸ ਦੇ ਵਿੱਚੋਂ ਉਹ ਕੁਣਤਰਾ ਲੱਭ ਸਕਣਗੇ ਕਿ ਪਹਿਲਾਂ ਨਾਲੋਂ ਕਿਵੇਂ ਵੱਖਰਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜੋ ਕੁਝ ਕੀਤਾ ਸੀ ਬੇਅਦਬੀਆਂ ਨੂੰ ਲੈ ਕੇ, ਉਹਦੇ ਨਾਲੋਂ ਕਿਵੇਂ ਵੱਖਰਾ ਹੈ। ਕੈਪਟਨ ਅਮਰਿੰਦਰ ਸਿੰਘ ਹੋਣਾ ਵਾਲੇ ਜਿਹੜੇ ਨੇ ਉਹ ਕਿਉਂ ਪਾਸ ਨਹੀਂ ਹੋ ਪਾਏ, ਉਹਨਾਂ ਦੇ ਵਿੱਚ ਦਿੱਕਤ ਕੀ ਸੀ, ਕੀ ਇਹਨਾਂ ਨੇ ਉਸ ਦਿੱਕਤ ਨੂੰ ਦੂਰ ਕਰ ਲਿਆ ਹੁਣ ਇਸ ਨੂੰ ਪੂਰਾ ਕਰਨ ਦੇ ਲਈ ਬੇਅਦਬੀ ਵਾਲੇ ਇਸ ਜਿਹੜਾ ਇਹਨਾਂ ਨੇ ਬਿੱਲ ਲੈ ਕੇ ਆਉਣਾ। ਪਰ ਬਿੱਲ ਨਾ ਮਿਲਣਾ, ਬਿੱਲ ਦੀ ਕਾਪੀ ਨਾ ਪਹਿਲਾਂ ਮਿਲਣਾ, ਇਹ ਤਾਂ ਆਪਣੇ ਆਪ ਦੇ ਵਿੱਚ ਕਹਿ ਲਈਏ ਵੀ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹਨਾਂ ਨੂੰ ਵਿਹਲੇ ਕਰ ਦੇਣ ਦਾ ਇੱਕ ਤਰੀਕਾ ਹੈ। ਇਹ ਤਾਨਾਸ਼ਾਹੀ ਰਵੱਈਆ ਹੈ ਵੀ ਤੁਸੀਂ ਚਾਹੁੰਦੇ ਹੀ ਨਹੀਂ ਵੀ ਉਹ ਪੜ੍ਹ ਕੇ ਤੁਹਾਡੀ ਖਿਲਾਫਤ ਕਰ ਸਕਣ। ਨਾ ਤਾਂ ਤੁਸੀਂ ਆਊਟ ਆਫ ਵਿਧਾਨ ਸਭਾ ਚਾਹੁੰਦੇ ਹੋ ਕਿ ਕੋਈ ਪੜ੍ਹ ਕੇ ਤੁਹਾਨੂੰ ਜਵਾਬਦੇਹੀ ਤੁਹਾਡੀ ਤੈਅ ਕਰੇ, ਪੱਤਰਕਾਰ ਤੁਹਾਨੂੰ ਸਵਾਲ ਨਾ ਕਰਨ। ਜੇਕਰ ਚਹੇਤੇ ਪੱਤਰਕਾਰਾਂ ਦੇ ਵਿੱਚੋਂ ਇੱਕ ਅੱਧਾ ਕੋਈ ਪੁੱਛ ਵੀ ਲਵੇ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਭਾਵਨਾਤਮਕ ਹੋ ਕੇ ਸਵਾਲ ਕਰ ਰਹੇ ਹੋ। ਤੇ ਇਹ ਸਾਰੀਆਂ ਗੱਲਾਂ ਬਹੁਤ ਹੀ ਡੀਪ ਤਰੀਕੇ ਦੇ ਨਾਲ ਐਨਾਲਾਈਜ਼ ਕਰਨੀਆਂ ਚਾਹੀਦੀਆਂ ਨੇ, ਆਮ ਲੋਕਾਂ ਨੂੰ ਵੀ ਇਹ ਸਮਝਣੀਆਂ ਚਾਹੀਦੀਆਂ ਨੇ। ਹੁਣ ਅਸੀਂ ਤਾਂ ਕਹਾਂਗੇ ਵੀ ਸਾਡੇ ਏਰੀਏ ਦਾ ਜਿਹੜਾ ਵਿਧਾਇਕ ਹੈ, ਭਾਈ ਤੂੰ ਕਿਉਂ ਨਹੀਂ ਵਿਰੋਧ ਕੀਤਾ? ਘੱਟੋ ਘੱਟ ਅਸੀਂ ਆਪੋ ਆਪਣੇ ਏਰੀਏ ਦੇ ਵਿਧਾਇਕ ਨੂੰ ਤਾਂ ਇਹ ਕਰਾਂਗੇ ਨਾ, ਭਾਈ ਜਦੋਂ ਇਹ ਚੀਜ਼ ਪੇਸ਼ ਕਰ ਰਹੇ ਸੀ ਤੁਸੀਂ ਕਿਉਂ ਨਹੀਂ ਬੋਲੇ? ਤਾਂ ਉਹਦਾ ਤਾਂ ਸਾਫ਼ ਜਵਾਬ ਹੋਊਗਾ ਸਾਨੂੰ ਇੱਕ ਤਰੀਕੇ ਨਾਲ। ਅਸੀਂ ਉਹਨਾਂ ਨੂੰ ਵੀ ਆਜ਼ਾਦ ਕਰ ਰਹੇ ਹਾਂ ਜਿਨ੍ਹਾਂ ਨੇ ਵਿਰੋਧ ਇੰਟੈਂਸ਼ਨਲੀ ਨਹੀਂ ਕਰਨਾ ਸੀ। ਬਿਲਕੁਲ, ਪ੍ਰਗਟ ਸਿੰਘ ਨੇ ਅੱਜ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਸਿਰਫ ਇਵੈਂਟ ਕ੍ਰੀਏਟ ਕਰਦੀ ਹੈ ਤੇ ਲੋਕਾਂ ਨੂੰ ਉਲਝਾ ਦਿੰਦੀ ਹੈ। ਉਹਦੇ 'ਚ ਕਿਸ ਕਿਸਮ ਦੀਆਂ ਟੈਕਨੀਕਲਟੀਜ਼ ਹੋਣੀਆਂ ਚਾਹੀਦੀਆਂ, ਕੀ ਉਹਦੇ 'ਚ ਜਾਇਜ਼ ਚੀਜ਼ਾਂ ਹੋਣੀਆਂ ਚਾਹੀਦੀਆਂ, ਉਹਨਾਂ ਤੇ ਤਾਂ ਕੋਈ ਗੱਲ ਕਰਦੇ ਨਹੀਂ। ਸਿਰਫ ਇਵੈਂਟ ਕ੍ਰੀਏਟ ਕਰਦੇ ਨੇ, ਹਾਈਪ ਕ੍ਰੀਏਟ ਕਰਦੇ ਨੇ ਤੇ ਉਹਦੇ 'ਚ ਹੀ ਲੋਕਾਂ ਨੂੰ ਨੈਰੇਟਿਵ ਦੇ ਧੱਕੇ ਝਾੜ ਦਿੰਦੇ ਨੇ।
ਉਹੀ ਗੱਲ ਹੈ ਨਾ, ਆਪਰੇਸ਼ਨ ਲੋਟਸ ਇਹਨਾਂ ਨੇ ਹੁਣ ਕੀਤਾ, ਤੁਸੀਂ ਜਾਣਦੇ ਹੋ, ਸਾਰੇ ਜਾਣਦੇ ਨੇ। ਉਸ ਦੇ ਵਿੱਚ ਜਿਹੜੇ ਵਿਧਾਇਕ ਨੂੰ ਇਹਨਾਂ ਨੇ ਅੱਗੇ ਲਾਇਆ, ਉਹ ਵਿਧਾਇਕ ਇਹਨਾਂ ਦਾ ਨਹੀਂ ਰਿਹਾ, ਉਹ ਉਸੇ ਲੋਟਸ ਤੇ ਚੜ ਕੇ ਹੋਰ ਪਾਸੇ ਚਲੇ ਗਿਆ। ਜਿਸ ਥਾਣੇ ਦੇ ਵਿੱਚ ਇਹਨਾਂ ਨੇ ਸ਼ਿਕਾਇਤ ਦਿੱਤੀ ਸੀ ਜਾ ਕੇ, ਨਾਲ ਹਰਪਾਲ ਚੀਮਾ ਹੋਣੀ ਸੀ, ਉਹ ਕਿੱਥੇ ਹੈ ਉਹ ਰਿਪੋਰਟ? ਕੀ ਉਸ ਤੇ ਕੋਈ ਕੰਮ ਹੋਇਆ ਹੈ? ਕਿ ਉਹ ਜੇ ਕੰਮ ਨਹੀਂ ਹੋਇਆ ਤਾਂ ਘੱਟੋ ਘੱਟ ਇਹ ਤਾਂ ਕਹੋ ਜਿਹੜਾ ਵਿਧੀ ਵਿਧਾਨ ਬਣਦਾ ਕਿ ਭਾਈ ਉਹ ਤਾਂ ਫੇਕ ਸੀ। ਉਹ ਜਦੋਂ ਬਾਹਰ ਆਉਂਦੇ ਨੇ ਫਿਰ ਉਹੀ ਗੱਲਾਂ ਜਦੋਂ ਬਾਹਰ ਕੋਈ ਜਨਤਕ ਤੌਰ ਤੇ ਪੇਸ਼ ਕਰਦਾ, ਫਿਰ ਤੁਸੀਂ ਕਹਿੰਦੇ ਹੋ ਵੀ ਭਾਈ ਇਹ ਤਾਂ ਝੂਠ ਬੋਲਦਾ ਹੈ, ਪਾਰਟੀ ਛੱਡ ਗਿਆ ਹੈ, ਤਾਂ ਕਰਕੇ ਇਹੋ ਜਿਹੀਆਂ ਗੱਲਾਂ ਕਰ। ਈਵੈਂਟ ਕਹਿ ਲਈਏ ਬਣਾਉਣ ਦੇ ਮਾਮਲੇ ਦੇ ਵਿੱਚ ਸਭ ਤੋਂ ਅੱਗੇ ਹੈ ਇਹ ਪਾਰਟੀ। ਜਦੋਂ ਵੀ ਆਪਾਂ ਦੇਖਦੇ ਹਾਂ, ਜੇਕਰ ਕੋਈ ਵਾਤਾਵਰਣ ਦੀ ਗੱਲ ਕਰਦੇ ਆ, ਉਹਦੇ ਅੱਗੇ ਤੁਸੀਂ ਸੰਤ ਸੀਚੇਵਾਲ ਹੁਣਾਂ ਨੂੰ ਮਾਡਲ ਬਣਾ ਕੇ ਖੜਾ ਕਰ ਦੋ ਵੀ ਭਾਈ ਤੁਸੀਂ ਸੀਚੇਵਾਲ ਸਾਹਿਬ ਨੂੰ ਕਿਵੇਂ ਗਲਤ ਬੋਲ ਸਕਦੇ ਹੋ। ਜੇਕਰ ਕੋਈ ਕਤਲ ਹੋ ਜਾਂਦਾ ਵਪਾਰੀ ਦਾ, ਉੱਥੇ ਜਾ ਕੇ ਤੁਸੀਂ ਉਹਦੀ ਵੀਡੀਓ ਨੂੰ ਗਲੋਰੀਫਾਈ ਕਰਕੇ ਪੇਸ਼ ਕਰਦੇ ਹੋ, ਆਪਣੇ ਵੱਖ-ਵੱਖ ਪੇਜਾਂ ਉੱਤੇ ਪਾ ਕੇ ਤੁਸੀਂ ਕਹਿੰਦੇ ਹੋ ਕਿ ਕੇਂਦਰ ਕਰਕੇ ਪੰਜਾਬ ਦੀ ਕਹਿ ਲਈਏ ਵੀ ਅਰਥ ਵਿਵਸਥਾ ਖਰਾਬ ਹੈ। ਇਹ ਸਾਰੀਆਂ ਗੱਲਾਂ ਵਿਧਾਨ ਸਭਾ 'ਚ ਪੁੱਛਣੀਆਂ ਬਣਦੀਆਂ ਨੇ, ਪਰ ਤੁਸੀਂ ਜਦੋਂ ਲੋਕਾਂ ਦਾ ਕਰੋੜਾਂ ਰੁਪਈਆ 11 ਮਿੰਟ ਦੇ ਵਿੱਚ ਉਡਾ ਦਿਓਗੇ ਤੇ ਆਪੋ ਆਪਣੀਆਂ ਗੱਡੀਆਂ 'ਚ ਬੈਠ ਕੇ ਅੱਧੇ ਮੁੜ ਆਏ ਹੋਣਗੇ, ਅੱਧੇ ਸਵੇਰ ਨੂੰ ਦੁਬਾਰਾ ਵਾਪਸ ਜਾਣਗੇ ਤੇ ਅੱਧੇ ਚੰਡੀਗੜ੍ਹ ਦੇ ਵਿੱਚ ਹੀ ਰਹਿ ਕੇ ਰੋਟੀਆਂ ਪਾੜਨਗੇ। ਪਰ ਇਹਨਾਂ ਨੇ ਕੱਲ ਦੇ ਲਈ ਕੀ ਤਿਆਰੀ ਕੀਤੀ ਹੈ? ਮੈਂ ਦਾਅਵੇ ਨਾਲ ਕਹਿਣਾ ਕਿ ਇਹਨਾਂ ਦੇ ਆਪਣੇ ਐਮਐਲਏਆਂ ਦੇ ਕੋਲ, ਅੱਧੇ ਨਾਲੋਂ ਜ਼ਿਆਦਾ ਐਮਐਲਏਆਂ ਦੇ ਕੋਲ 1% ਵੀ ਨੌਲੇਜ ਨਹੀਂ ਹੋਣੀ ਕੱਲ ਨੂੰ ਹੋਣਾ ਕੀ ਹੈ। ਇਹ ਸਿਰਫ ਜਾਣਗੇ, ਬੁੱਤ ਬਣ ਕੇ ਬੈਠ ਜਾਣਗੇ। ਤੁਸੀਂ ਦੱਸੋ ਪੂਨੀਆ ਜੀ, ਤੁਸੀਂ ਕਿੰਨੇ ਇਹਨਾਂ ਦੇ ਵਿਧਾਇਕਾਂ ਦੇ ਨਾਮ ਜਾਣਦੇ ਹੋ? ਜਾਣਦੇ ਹੋ? ਕੋਈ ਨਹੀਂ ਜਾਣਦਾ। ਮੈਂ ਤਾਂ ਨਹੀਂ ਜਾਣਦਾ, ਤੁਸੀਂ ਜਾਣਦੇ ਹੋ? ਦੱਸੋ ਜਰਾ। ਬਿਲਕੁਲ ਏਦਾਂ ਫੇਸਲੈਸ ਜੇ ਬੰਦੇ ਨੇ, ਨਾ ਕਦੇ ਕੋਈ ਐਕਟੀਵਿਟੀ ਕਰਦੇ ਨੇ, ਨਾ ਉਹਨਾਂ ਨੂੰ ਬੋਲਣ ਦਿੱਤਾ ਜਾਂਦਾ ਹੈ, ਨਾ ਕੁਝ ਹੋਰ। ਇਹ ਤਾਂ ਹੈ, ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਮਾਂ ਕੋਈ ਇਹਨਾਂ ਦੀ ਤਿਆਰੀ ਨਹੀਂ ਹੁੰਦੀ। ਇਹਨਾਂ ਦੇ ਵਿਧਾਇਕਾਂ ਕੋਲ ਗਿਆ ਅਜੇ ਤੱਕ ਬਿੱਲ ਦੀ ਕਾਪੀ ਨਹੀਂ ਗਈ ਹੈ। ਇਹਨਾਂ ਨੇ ਲਾਸਟ ਟਾਈਮ ਦੀ ਗੱਲ ਕਰ ਲੈਂਦੇ ਆ, ਨਾਭਾ ਤੋਂ ਜਿਹੜੇ ਐਮਐਲਏ ਨੇ ਇਹਨਾਂ ਦੇ, ਗੁਰਦੇਵ ਮਾਨ, ਉਹਨਾਂ ਨੇ ਪਾਣੀ ਨੂੰ ਲੈ ਕੇ ਇੱਕ ਕਹਿ ਲਈਏ ਵੀ ਮਤਾ ਪਾਇਆ, ਉਸ ਤੇ ਸਾਰਿਆਂ ਨੇ ਗੱਲਬਾਤ ਆਪਣੀ ਆਪਣੀ ਰੱਖੀ। ਉਹ ਗੱਲ ਕੀ ਕਰ ਰਹੇ ਸੀ ਕਿ ਆਪਾਂ ਗਰਾਊਂਡ ਵਾਟਰ ਨੂੰ ਕਿਵੇਂ ਬਚਾ ਸਕਦੇ ਹੋ। ਉਹ ਦੂਜੇ ਦਿਨ ਹੀ ਉਹ ਪਾਇਆ ਹੋਇਆ ਮਤਾ, ਕਹਿ ਲਈਏ ਹਾਥੀ ਦੇ ਦੰਦ ਇੱਕ ਦਿਖਾਉਂਦੇ ਨੇ, ਉਹ ਦੂਜੇ ਦਿਨ ਹੀ ਜਦੋਂ ਇਹਨਾਂ ਨੇ ਵਾਟਰ ਪ੍ਰੀਵੈਂਸ਼ਨ ਐਂਡ ਪੋਲਿਊਸ਼ਨ ਵਾਲਾ ਐਕਟ ਲਿਆ ਕੇ ਉਹਨੂੰ ਅਮੈਂਡ ਕਰ ਦਿੱਤਾ ਕਿ ਹੁਣ ਸਜ਼ਾ ਨਹੀਂ ਹੋਇਆ ਕਰੂਗੀ, ਸਿਰਫ ਜੁਰਮਾਨਾ ਹੋਇਆ ਕਰੂਗਾ। ਉਹ ਕਹਿਣ ਦਾ ਭਾਵ ਪਹਿਲੇ ਦਿਨ ਹਾਥੀ ਦੇ ਦੰਦ ਦਿਖਾਤੇ, ਗੁਰਦੇਵ ਮਾਨ ਨੂੰ ਅੱਗੇ ਕਰਕੇ ਉਹਦੀ ਵਾਹਵਾ ਕਰਾਤੀ, ਦੂਸਰੇ ਦਿਨ ਉਹਨੂੰ ਮਿੱਟੀ ਕਰਤਾ। ਮੈਨੂੰ ਤਾਂ ਲੱਗਦਾ ਅੱਧੇ ਵਿਧਾਇਕ ਤਾਂ ਇਹਨਾਂ ਦੇ ਇਸ ਕਰਕੇ ਨਹੀਂ ਖੜਦੇ ਹੋਣਗੇ ਵੀ ਭਾਈ ਮੁੜ ਕੇ ਸਿਰਖੇ ਪਵਾ ਦੇਣੀ ਹੈ ਇਹਨਾਂ ਨੇ, ਅਸੀਂ ਜਾਣਾ ਕਿੱਥੇ ਹੈ। ਆਹ ਤਾਂ ਹਾਲਾਤ ਨੇ। ਬਿਲਕੁਲ। ਸੋ ਹੁਣ ਅੱਗੇ ਚੱਲਦੇ ਹਾਂ ਅਗਲੀ ਖਬਰ ਦੇ ਉੱਪਰ। ਉਧਰ ਲੁਧਿਆਣਾ ਦੇ ਵਿੱਚ ਇੱਕ ਅਕਾਲੀ ਨੇਤਾ ਦੇ ਉੱਪਰ ਕਹਿੰਦੇ FIR ਦਰਜ ਹੋਈ ਹੈ ਤੇ ਉਸ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ। ਲੈਂਡ ਪੂਲਿੰਗ ਨਾਲ ਜੁੜਿਆ ਹੋਇਆ ਹੈ ਮਾਮਲਾ। ਜੀ ਜਿਹੜੇ ਦਰਦਾਰ ਸਿੰਘ ਮਲਿਕ ਨਾਂ ਦਾ ਜਿਹੜਾ ਅਕਾਲੀ ਦਲ ਦਾ ਆਗੂ ਹੈਗਾ, ਉਹ ਜਗਰਾਉਂ ਤੋਂ ਸਾਬਕਾ ਚੇਅਰਮੈਨ ਵੀ ਹੈ, ਉਹਦੇ ਤੇ ਕੇਸ ਦਰਜ ਕੀਤਾ ਗਿਆ ਹੈਗਾ। ਅੱਜ ਅਕਾਲੀ ਦਲ ਵਾਲੇ ਇਕੱਠੇ ਹੋ ਕੇ SSP ਦਫ਼ਤਰ ਵੀ ਗਏ ਸੀ ਲੁਧਿਆਣੇ 'ਚ, ਉਹਨਾਂ ਨੇ ਘਿਰਾਓ ਵੀ ਕੀਤਾ ਤੇ ਵੀ ਕਿਹਾ ਕਿ ਜੇ ਤੁਸੀਂ ਹੁਣ ਜਗਰਾਉਂ 'ਚ ਦਰਦਾਰ ਸਿੰਘ ਮਲਿਕ ਐਕਟਿਵ ਹੈ ਇਸ ਅੰਦੋਲਨ 'ਚ ਤੇ ਇਸ ਲੈਂਡ ਪੂਲਿੰਗ ਦਾ ਵਿਰੋਧ ਕਰ ਰਿਹਾ ਹੈਗਾ, ਤੇ ਤੁਸੀਂ ਉਹਦੇ ਤੇ ਇਸ ਕਿਸਮ ਦਾ ਕੇਸ ਦਰਜ ਕਰੋਗੇ ਤੇ ਉਹ ਜਿਹੜੇ ਉਹਨਾਂ ਦੇ ਨਾਲ ਅਕਾਲੀ ਦਲ ਦੇ ਹੋਰ ਵਿਧਾਇਕ, ਸਾਬਕਾ ਵਿਧਾਇਕ ਵਗੈਰਾ ਸੀਗੇ, ਉਹਨਾਂ ਨੇ FIR ਦੀ ਕਾਪੀਆਂ ਵੀ ਦਿਖਾਈਆਂ ਹੈਗੀਆਂ ਤੇ ਉੱਥੇ ਪਾੜੀਆਂ ਵੀ, ਸਾੜੀਆਂ ਵੀ, ਤੇ ਕਿਹਾ ਕਿ ਅਕਾਲੀ ਦਲ ਲੈਂਡ ਪੂਲਿੰਗ ਵਾਲੇ ਮਸਲੇ ਤੇ ਖੜਿਆ ਰਹੂਗਾ ਜਦੋਂ ਤੱਕ ਇਹ ਮਤਲਬ ਕਰਨਗੇ। ਆਪਾਂ ਕਹਿ ਲਓ ਕਿ ਜਦੋਂ ਤੱਕ ਵੀ ਇਸ ਕਿਸਮ ਦਾ ਧੱਕਾ ਕਰਨਗੇ ਉਦੋਂ ਅਕਾਲੀ ਦਲ ਖੜਿਆ ਹੀ ਰਹੂਗਾ। ਜੀ, ਅੰਤ ਦੇ ਵਿੱਚ ਇਹ ਵੀ ਦੱਸ ਦਿਓ, ਉਧਰ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਬਾਜਵਾ ਹੁਣੀ, ਉਹਨਾਂ ਨੇ ਕਿਹਾ ਕਿ ਵੀਡੀਓ ਇੱਕ ਦੇ ਨਾਲ ਛੇੜਛਾੜ ਕੀਤੀ ਹੈ, ਖਾਸ ਤੌਰ ਤੇ CM ਤੇ ਕੇਜਰੀਵਾਲ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਇਹਨਾਂ ਨੇ। ਹਾਂਜੀ, ਬੇਸਿਕਲੀ ਪ੍ਰਤਾਪ ਸਿੰਘ ਬਾਜਵਾ ਨੇ ਵਿਕਰਮਜੀਤ ਸਿੰਘ ਮਜੀਠੀਆ ਵਾਲੇ ਮਾਮਲੇ ਤੇ ਇੱਕ ਸਟੇਟਮੈਂਟ ਦਿੱਤੀ ਸੀ। ਉਹਦੇ 'ਚ ਉਹ ਗਨੀਵ ਕੌਰ ਮਜੀਠੀਆ ਬਾਰੇ ਬੋਲ ਰਹੇ ਸੀਗੇ ਕਿ ਕਿਵੇਂ ਜਿਹੜੇ ਇਹਨਾਂ ਦੇ ਅਧਿਕਾਰੀ ਸੀਗੇ, ਵਿਜੀਲੈਂਸ ਦੀ ਟੀਮਾਂ ਸੀਗੀਆਂ, ਉਹਨਾਂ ਦੇ ਬੈਡਰੂਮ ਤੱਕ ਪਹੁੰਚ ਗਏ ਸੀਗੇ ਤੇ ਉਹਦੇ 'ਚ ਜਿਹੜੀ ਵੀਡੀਓ ਸ਼ੇਅਰ ਕੀਤੀ ਗਈ ਜਿਹੜੇ ਆਮ ਆਦਮੀ ਪਾਰਟੀ ਵੱਲੋਂ, ਉਹਦੇ 'ਚ ਗਨੀਵ ਕੌਰ ਨੂੰ ਹਟਾ ਦਿੱਤਾ ਗਿਆ ਤੇ ਸਿਰਫ ਮਜੀਠੀਆ ਰੱਖਿਆ ਗਿਆ, ਜਿਹਦੇ ਕਰਕੇ ਭੁਲੇਖਾ ਪੈਂਦਾ ਹੈਗਾ ਕਿ ਸ਼ਾਇਦ ਇਹ ਵਿਕਰਮ ਮਜੀਠੀਆ ਬਾਰੇ ਗੱਲ ਕਰ ਰਹੇ ਨੇ। ਤੇ ਹੋਰ ਉਹ ਥੋੜੀ ਵੀਡੀਓ ਇਸ ਕਿਸਮ ਨਾਲ ਐਡਿਟ ਕੀਤੀ ਗਈ ਆਮ ਆਦਮੀ ਪਾਰਟੀ ਦੀ ਮੀਡੀਆ ਟੀਮ ਵੱਲੋਂ ਕਿ ਉਹਦੇ 'ਚ ਕਈ ਕਿਸਮ ਦੀ ਗਲਤ ਕਿਸਮ ਦੇ ਬਿਆਨਬਾਜ਼ੀ ਨਿਕਲ ਕੇ ਸਾਹਮਣੇ ਆ ਰਹੀ ਹੈ
ਉਹਦੇ ਤੇ ਅੱਜ ਬਾਜਵਾ ਨੇ ਇੱਕ ਲੈਟਰ ਲਿਖਿਆਗਾ ਤੇ ਇੱਕ ਆਪਾਂ ਕਹਿ ਲਈਏ ਕਿ ਸ਼ਿਕਾਇਤ ਦਰਜ ਕਰਾਈ ਹੈਗੀ ਆ। ਉਹਦੇ 'ਚ ਉਹਨਾਂ ਨੇ ਪੈਨ ਡਰਾਈਵ ਵੀ ਪੁਲਿਸ ਨੂੰ ਦਿੱਤੀ ਹੈ ਤੇ ਕਿਹਾ ਹੈਗਾ ਕਿ ਇਸ ਜਿਹੜੀ ਵੀਡੀਓਜ਼ ਆਮ ਆਦਮੀ ਪਾਰਟੀ ਵਾਲੇ ਚਲਾ ਰਹੇ ਨੇ ਇਹਨੂੰ ਡਾਊਨ ਕਰਵਾਇਆ ਜਾਵੇ। ਇਹ ਮੇਰੀ ਮੈਂ ਲੀਡਰ ਆਫ ਆਪੋਜੀਸ਼ਨ ਆ, ਮੇਰੀ ਦੂਜੇ ਨੰਬਰ ਦੀ ਜੀ ਹੈਸੀਅਤ ਹੁੰਦੀ ਹੈ ਸੂਬੇ 'ਚ। ਮੇਰੀ ਵੀਡੀਓ ਨੂੰ ਇਹ ਫੇਕ ਬਣਾ ਕੇ ਐਡਿਟ ਕਰਕੇ ਚਲਾ ਰਹੇ ਨੇ ਤੇ ਹੋਰ ਜਿਹੜੇ ਆਮ ਵਿਧਾਇਕ ਜਾਂ ਆਮ ਜਿਹੜੇ ਲੋਕ ਹੈਗੇ ਉਹਨਾਂ ਨਾਲ ਇਹ ਕੀ ਕਰਨਗੇ। ਇਹ ਗੱਲ ਹੈ ਜੀ ਸਾਰੀ। ਜੀ। ਸੋ ਇਸੇ ਦੇ ਨਾਲ ਖਬਰਾਂ ਨੂੰ ਇੱਥੇ ਹੀ ਲਾਉਂਦੇ ਆ ਵਿਰਾਮ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸ਼ੁਕਰੀਆ। ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਮਨਦੀਪ ਪੂਨੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ। ਧੰਨਵਾਦ।